नमस्कार, देश दुनिया च SDTV प्राइम देख रहे सारे दर्शकों का स्वागत। मैं हाँ शमी डावरा ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। दोस्तों लैके हाजिर हाँ एक बार फिर प्रोग्राम इनसाइड खबर। तो इनसाइड खबर ਦੇ ਵਿੱਚ ਤੁਸੀਂ ਜਾਣਦੇ ਹੋ ਅਸੀਂ ਚਰਚਾ ਕਰਦੇ ਹਾਂ ਕੁਝ ਇੱਕ ਖਬਰਾਂ ਦੀਆਂ ਤੇ ਉਹਨਾਂ ਦੇ ਪਿੱਛੇ ਛੁਪੀ ਹੋਈ ਸੱਚਾਈ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਜਿਹੜੀਆਂ ਅਸੀਂ ਖਬਰਾਂ ਲੈਣੀਆਂ ਉਹਨਾਂ ਵਿੱਚੋਂ ਪਹਿਲੀ ਖਬਰ ਤਾਂ ਬਹੁਤ ਅਹਿਮ ਹੈ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਆਖਿਰਕਾਰ ਸੁਪਰੀਮ ਕੋਰਟ ਨੇ ਕੱਲ ਆਪਣਾ ਫੈਸਲਾ ਸੁਣਾ ਦਿੱਤਾ ਤੇ ਰਾਣਾ ਜੀ ਉਹਨਾਂ ਨੇ ਫੈਸਲਾ ਉਹੀ ਸੁਣਾਇਆ ਜਿਸ ਦੀ ਉਮੀਦ ਕੀਤੀ ਜਾ ਸਕਦੀ ਸੀ ਕਿ ਬਈ ਜਿਹਨੇ ਤਿੰਨੇ ਖੇਤੀ ਬਿੱਲ ਹੈ ਉਹਨਾਂ ਦੇ ਉੱਤੇ ਉਹਨਾਂ ਨੇ ਸਟੇ ਲਗਾ ਵਾਰ ਵੀ ਕਹਿ ਦਿੱਤਾ ਸੀ ਉਹਨਾਂ ਨੇ ਸੁਪਰੀਮ ਕੋਰਟ ਨੇ ਬਿਲਕੁਲ ਕਿ ਜੇ ਤੁਸੀਂ ਇਹਨਾਂ ਬਿੱਲਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਅਮਲ ਤੇ ਰੋਕ ਲਾ ਸਕਦੇ ਹੋ ਤਾਂ ਤੁਸੀਂ ਲਾ ਦਿਓ, ਨਹੀਂ ਤਾਂ ਅਸੀਂ ਲਾ ਦਾਂਗੇ। ਬਿਲਕੁਲ ਟਿੱਪਣੀਆਂ ਵੀ ਉਹਨਾਂ ਨੇ ਪਰਸੋਂ ਜਿਹੜੇ ਸੀ ਪਹਿਲੇ ਇੱਕ ਦਿਨ ਪਹਿਲਾਂ ਆਰਡਰ ਕਰਨ ਤੋਂ ਇੱਕ ਦਿਨ ਪਹਿਲਾਂ ਟਿੱਪਣੀਆਂ ਵੀ ਉਹਨਾਂ ਨੇ ਬੜੀਆਂ ਦਿੱਤੀਆਂ ਸੀ ਸਰਕਾਰ ਦੇ ਵਿੱਚ ਵੀ ਤੁਸੀਂ ਕਿਉਂ ਨਹੀਂ ਕੀਤਾ, ਤੁਸੀਂ ਹਜੇ ਤੱਕ ਇਹਨਾਂ ਨਾਲ ਡਿਸੀਜਨ ਤੇ ਕਿਉਂ ਨਹੀਂ ਆ ਪਾਏ, ਕਿੰਨੀਆਂ ਮੀਟਿੰਗਾਂ ਤੁਸੀਂ ਕਰ ਲਈਆਂ, ਕਿੰਨਾ ਕੁ ਟਾਈਮ ਅਸੀਂ ਦੇ ਸਕਦੇ ਹਾਂ। ਲੇਕਿਨ ਕੱਲ ਜਿਹੜੀ ਚੀਜ਼ ਆ ਗਈ ਹੈ ਆਖਿਰਕਾਰ ਆਰਡਰ ਉਹਨਾਂ ਨੇ ਜਾਰੀ ਕਰ ਦਿੱਤਾ ਹੈ। 4 ਮੈਂਬਰੀ ਕਮੇਟੀ ਵੀ ਉਹਨਾਂ ਨੇ ਬਣਾ ਦਿੱਤੀ ਹੈ ਜਿਹੜੀ ਮੀਡੀਏਟਰ ਦੀ ਭੂਮਿਕਾ ਨਿਭਾਏਗੀ। ਦਾਵੜਾ ਜੀ, ਜਿਹੜਾ ਸੁਪਰੀਮ ਕੋਰਟ 'ਚ ਇਹ ਕੇਸ ਗਿਆ ਹੈ ਖੇਤੀ ਕਾਨੂੰਨਾਂ ਦਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜੀ ਸੁਣਵਾਈ ਸ਼ੁਰੂ ਕੀਤੀ ਹੈ ਉਹ ਤੋਂ ਬਾਅਦ ਕਈ ਗੱਲਾਂ ਜਿਹੜਾ ਤੁਸੀਂ ਕਿਹਾ ਕਿ ਪਿਛਲੀ 19 ਤਰੀਕ ਜਿਹੜਾ ਕੇਂਦਰ ਸਰਕਾਰ ਨੂੰ ਕਾਫੀ ਸਖਤ ਟਿੱਪਣੀਆਂ ਕੇਂਦਰ ਸਰਕਾਰ ਦੇ ਖਿਲਾਫ ਕੀਤੀਆਂ ਸੀ, ਬਿਲਕੁਲ ਜਿਨ੍ਹਾਂ ਨਾਲ ਇੱਕ ਆਸ ਜਿਹੀ ਕਿਸਾਨਾਂ 'ਚ ਸੀ ਕਿ ਸ਼ਾਇਦ ਕੁਝ ਨਾ ਕੁਝ ਅਜਿਹਾ ਫੈਸਲਾ ਆ ਜਾਵੇ ਜਿਹੜਾ ਸਾਡੇ ਹੱਕ 'ਚ ਹੋਵੇ। ਹੁਣ ਜੋ ਕੱਲ ਸੁਪਰੀਮ ਕੋਰਟ ਨੇ ਕੀਤਾ ਹੈ ਉਹਨਾਂ ਨੇ ਇੱਕ ਤਾਂ ਇਹਨਾਂ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾ ਦਿੱਤੀ ਬਿਲਕੁਲ ਕਿ ਅਗਲੇ ਹੁਕਮਾਂ ਤੱਕ ਜਾਂ ਅਗਲੀ ਸੁਣਵਾਈ ਤੱਕ ਜਾਂ ਜਦੋਂ ਤੱਕ ਅਸੀਂ ਹੋਰ ਫੈਸਲਾ ਨਹੀਂ ਕਰਦੇ ਬਿਲਕੁਲ ਇਹਨਾਂ ਜਿਹੜਾ ਕਾਨੂੰਨਾਂ ਦੀ ਜਦੋਂ ਤੱਕ ਇਹਦਾ ਹੱਲ ਨਹੀਂ ਨਿਕਲਦਾ ਪ੍ਰੋਪਰ ਦੋਨਾਂ ਧਿਰਾਂ ਨੂੰ ਸਾਂਝਾ ਜੇ ਹੱਲ ਨਹੀਂ ਨਿਕਲਦਾ ਸਟੇ ਹੋ ਗਿਆ। ਬਿਲਕੁਲ ਸਟੇ ਹੋ ਗਿਆ। ਤੇ ਇੱਕ ਜਿੱਦਾਂ ਤੁਸੀਂ ਕਿਹਾ ਕਿ 4 ਮੈਂਬਰੀ ਕਮੇਟੀ ਬਣਾ ਦਿੱਤੀ। ਬਿਲਕੁਲ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਇਹਦੇ ਬਾਰੇ ਅਸੀਂ ਇੱਕ ਸਿਧਾਂਤਕ ਜਿਹੜੀ ਹੈ ਉਹ ਬਹਿਸ ਸ਼ੁਰੂ ਹੋ ਗਈ ਹੈ ਜਿਹੜੀ ਕਿ ਮੂਲ ਬਹਿਸ ਹੈ ਜੀ ਕਿ ਕਿਸੇ ਲੋਕਤੰਤਰ 'ਚ ਸੁਪਰੀਮ ਕੌਣ ਹੈ, ਜੀ ਪਾਰਲੀਮੈਂਟ ਸੁਪਰੀਮ ਹੈ ਜਾਂ ਹੋਰ ਕੋਈ ਇੰਸਟੀਟਿਊਸ਼ਨ ਜਿਹੜਾ ਲੋਕਤੰਤਰੀ ਹੈ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈ, ਚਾਹੇ ਉਹ ਸੁਪਰੀਮ ਕੋਰਟ ਹੈ, ਚਾਹੇ ਉਹ ਕੌਣ ਸੁਪਰੀਮ ਹੈ, ਉਹਨਾਂ 'ਚ ਸ਼ਕਤੀਆਂ ਦੀ ਵੰਡ ਕੀ ਹੈ, ਕਿਹੜਾ ਉਹਦੇ 'ਚ ਸੁਪਰੀਮ ਹੈ, ਕਿਹਦਾ ਦਾਇਰਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਸਮਾਪਤ ਹੁੰਦਾ। ਜੀ ਲੋਕਤੰਤਰ 'ਚ ਹੁੰਦਾ ਕੀ ਹੈ, ਲੋਕਤੰਤਰ 'ਚ ਅਸੀਂ ਲੋਕ ਜਿਹੜੇ ਹੈ ਉਹ ਸੁਪਰੀਮ ਹੁੰਦੇ ਆ, ਕਾਨੂੰਨ ਲੋਕਾਂ ਨੇ ਬਣਾਏ ਹੁੰਦੇ ਆ। ਬਿਲਕੁਲ ਤੇ ਲੋਕ ਹੁਣ ਜੇ ਦੇਸ਼ ਦੀ ਜਨਸੰਖਿਆ 130 ਕਰੋੜ ਹੈ, 130 ਕਰੋੜ ਲੋਕ ਤਾਂ ਕਾਨੂੰਨ ਇਕੱਠੇ ਹੋ ਕੇ ਬਣਾ ਨਹੀਂ ਸਕਦੇ। ਬਿਲਕੁਲ ਉਹ ਆਪਣਾ ਰਿਪਰੈਜ਼ੈਂਟੇਟਿਵ ਚੁਣਦੇ ਆ। ਉਹ ਰਿਪਰੈਜ਼ੈਂਟੇਟਿਵ ਕਿਤੇ ਇੱਕ ਜਗ੍ਹਾ ਬੈਠਦੇ ਆ ਜਿਹਨੂੰ ਅਸੀਂ ਪਾਰਲੀਮੈਂਟ ਕਹਿੰਦੇ ਆ ਜਾਂ ਲੈਜਿਸਲੇਟਿਵ ਅਸੈਂਬਲੀ 'ਚ ਲੋਕਾਂ ਦੇ ਨੁਮਾਇੰਦੇ ਹੁੰਦੇ ਆ। ਬਿਲਕੁਲ ਉਹ ਨੁਮਾਇੰਦੇ ਜਿਹੜੇ ਹੈ ਕਾਨੂੰਨ ਪਾਸ ਕਰਦੇ ਆ। ਕਾਨੂੰਨ ਕਿੱਦਾਂ ਬਣਦਾ ਹੈ ਉਹ ਇੱਕ ਵੱਖਰੀ ਪ੍ਰਕਿਰਿਆ ਹੈ, ਪਰ ਅਲਟੀਮੇਟਲੀ ਪਾਰਲੀਮੈਂਟ ਦਾ ਪਾਸ ਕਾਨੂੰਨ ਕੀਤਾ ਹੋਇਆ ਕਾਨੂੰਨ ਜਿਹੜਾ ਹੈ ਉਹ ਲੋਕਾਂ ਵੱਲੋਂ ਪਾਸ ਕੀਤਾ ਕਾਨੂੰਨ ਹੀ ਸਮਝਿਆ ਜਾਂਦਾ ਹੈ ਕਿ ਲੋਕਾਂ ਨੇ ਇਹ ਕਾਨੂੰਨ ਆਪਣੀ ਮਰਜ਼ੀ ਨਾਲ ਪਾਸ ਕੀਤਾ। ਜੀ ਜੇ ਕਿਸੇ ਨੂੰ ਲੱਗਦਾ ਹੈ ਕਿ ਕਾਨੂੰਨ ਠੀਕ ਨਹੀਂ ਹੈ ਜਾਂ ਪਾਰਟੀ ਨੇ ਠੀਕ ਨਹੀਂ ਕੀਤਾ, ਇਹ ਕਾਨੂੰਨ ਠੀਕ ਬਣਿਆ, ਉਹ ਉਸ ਪਾਰਟੀ ਨੂੰ ਅਗਲੇ 5 ਸਾਲਾਂ ਬਾਅਦ ਜਿਹੜਾ ਹੈ ਉਹ ਇਲੈਕਸ਼ਨਾਂ 'ਚ ਉਹਦੀ ਸਜ਼ਾ ਵੀ ਦੇ ਸਕਦਾ ਹੈ ਕਿ ਤੁਸੀਂ ਆਹ ਕਾਨੂੰਨ ਸਾਡੇ ਖਿਲਾਫ ਪਾਸ ਕੀਤਾ, ਅਸੀਂ ਤੁਹਾਨੂੰ ਵੋਟ ਨਹੀਂ ਪਾਣਾ, ਤੁਹਾਨੂੰ ਸੱਤਾ ਤੋਂ ਅਸੀਂ ਪਾਸੇ ਕਰਦੇ ਹਾਂ। ਜੀ ਪਰ ਇਹਨਾਂ 5 ਸਾਲਾਂ ਦੇ ਦੌਰਾਨ ਵੀ ਕੁਝ ਨਾ ਕੁਝ ਲੋਕਾਂ ਕੋਲ ਇੱਕ ਮੈਕੈਨਿਜ਼ਮ ਹੁੰਦਾ ਜਿਹਦੇ 'ਚ ਉਹ ਦੇਖ ਸਕਦੇ ਆ ਕਿ ਆਹ ਕਾਨੂੰਨ ਜਿਹੜਾ ਹੈ ਉਹ ਸੰਵਿਧਾਨ ਦੇ ਇਸ ਮੱਦ ਦੀ ਉਲੰਘਣਾ ਕਰਦਾ ਹੈ ਜਾਂ ਲੈਜਿਸਲੇਟਿਵ ਕੰਪੀਟੈਂਸ ਜਿਹੜੀ ਹੈ ਉਹ ਸੀਗੀ ਕਿ ਨਹੀਂ। ਇਹ ਇੱਕ ਬੇਸਿਕ ਸਵਾਲ ਹੈ ਕਿ ਦੇਸ਼ 'ਚ ਸੁਪਰੀਮ ਕੌਣ ਹੈ, ਪਾਰਲੀਮੈਂਟ ਸੁਪਰੀਮ ਹੈ ਜਾਂ ਜੁਡੀਸ਼ਰੀ ਸੁਪਰੀਮ ਹੈ ਜਾਂ ਸੁਪਰੀਮ ਕੋਰਟ ਜਿਹੜਾ ਹੈ ਉਹ ਸੁਪਰੀਮ ਹੈ। ਇਹ ਇੱਕ ਬੇਸਿਕ ਸਵਾਲ ਇਹਦੇ ਨਾਲ ਜ਼ਰੂਰ ਖੜਾ ਹੋਇਆ ਹੈ। ਕਈ ਸਕਾਲਰਸ ਕਹਿ ਰਹੇ ਆ ਕਿ ਸੁਪਰੀਮ ਕੋਰਟ ਨੂੰ ਇਹ ਦਖਲ ਨਹੀਂ ਦੇਣਾ ਚਾਹੀਦਾ ਸੀ। ਜੀ ਇਹ ਮਾਮਲਾ ਕਿਸਾਨਾਂ ਦਾ ਤੇ ਸਰਕਾਰ ਦਾ ਸੀ। ਜੀ ਇਹ ਪੋਲੀਟੀਕਲ ਨੇਚਰ ਦਾ ਜਿਹੜਾ ਹੈ ਮਸਲਾ ਹੈ ਕਿ ਕਾਨੂੰਨ ਪਾਸ ਕੀਤਾ, ਕੁਝ ਲੋਕ ਉਹਦੇ ਵਿਰੋਧ 'ਚ ਨੇ, ਉਹਦੇ ਨਾਲ ਕਿੱਦਾਂ ਨਜਿੱਠਣਾ ਹੈ ਇਹ ਹੁਣ ਸਰਕਾਰ ਨੇ ਦੇਖਣਾ ਸੀ। ਪਰ ਸੁਪਰੀਮ ਕੋਰਟ ਨੇ ਇਹਦੇ 'ਚ ਦਖਲ ਦੇ ਕੇ ਇਹਦੇ 'ਚ ਸਟੇ ਲੈ ਕੇ ਇੱਕ ਅਜਿਹਾ ਰਸਤਾ ਖੋਲ੍ਹ ਦਿੱਤਾ ਹੈ ਜਿਹੜਾ ਅੱਗੇ ਜਾ ਕੇ ਜਿਹੜਾ ਹੈ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਲਈ ਚੁਣੌਤੀ ਇਸ ਤਰ੍ਹਾਂ ਬਣ ਸਕਦਾ ਹੈ ਕਿ ਕੱਲ੍ਹ ਨੂੰ ਹੋਰ ਕੋਈ ਸੰਗਠਨ ਜਿਹੜਾ 10-12 ਲੱਖ ਲੋਕ ਹੈ, ਇੱਦਾਂ ਦੇ ਸੰਗਠਨ ਵੀ ਹਨ ਜਿਹੜੇ 10-12 ਕਰੋੜ ਲੋਕ ਵੀ ਇੱਥੇ ਜਮ੍ਹਾਂ ਕਰ ਸਕਦੇ ਆ। ਤੇ ਫਿਰ ਕੀ ਸੁਪਰੀਮ ਕੋਰਟ ਪਾਰਲੀਮੈਂਟ ਵੱਲੋਂ ਪਾਸ ਕੀਤੇ ਕਾਨੂੰਨਾਂ ਤੇ ਇਸੇ ਤਰ੍ਹਾਂ ਰੋਕ ਲਾ ਦੇਗਾ? ਜੀ ਤੇ ਅਕਸਰ ਨੂੰ ਇਹ ਮਸਲਾ ਜਿਹੜਾ ਹੈ ਇਹ ਕਿਸਾਨਾਂ ਦਾ ਤੇ ਸਰਕਾਰ ਦਾ ਸੀ, ਪੋਲੀਟੀਕਲ ਨੇਚਰ ਦਾ ਸੀ, ਇਹਨੂੰ ਉੱਦਾਂ ਹੀ ਨਜਿੱਠਣਾ ਚਾਹੀਦਾ। ਹੁਣ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਉਸ ਜਿੱਦਾਂ ਤੁਸੀਂ ਕਿਹਾ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਬਾਰੇ ਵੀ ਅਸੀਂ ਗੱਲ ਕਰਾਂਗੇ ਕਿ ਅਸੀਂ ਉਸ ਕਮੇਟੀ ਮੂਹਰੇ ਜਾਵਾਂਗੇ ਹੀ ਨਹੀਂ। ਬਿਲਕੁਲ ਕਿਸਾਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ। ਦੇਖੋ ਜਾਣਦਾ ਰਾਣਾ ਜੀ ਇੱਕ ਸਵਾਲ ਇਹ ਵੀ ਆਉਂਦਾ ਹੈ ਨਾ ਜੀ, ਸਭ ਤੋਂ ਪਹਿਲੀ ਗੱਲ ਹੈ ਬਈ ਕਿਸਾਨ ਸੁਪਰੀਮ ਕੋਰਟ ਗਏ ਹੀ ਨਹੀਂ ਜੀ,
ਉਹ ਪਾਰਟੀ ਹੀ ਨਹੀਂ ਹੈ। ਜੀ ਸਟੇ ਦਿੱਤਾ ਹੈ, ਅਗਰ ਸਟੇ ਮੰਗਿਆ ਗਿਆ ਹੋਵੇ, ਬਹੁਤ ਸਾਡੇ ਨਾਲ ਨਜਾਇਜ਼ ਹੋਈ ਹੈ, ਕੁਝ ਹੋਈ ਹੈ, ਹਾਂ ਆਲੇ ਦੁਆਲੇ ਤੋਂ ਕਿਸੇ ਨੇ ਪਟੀਸ਼ਨ ਪਾ ਦਿੱਤੀ ਹੋਣੀ, ਕਿਹਾ ਵੀ ਜਾ ਰਿਹਾ ਸਰਕਾਰ ਹੀ ਪਟੀਸ਼ਨ ਪਵਾ ਰਹੀ ਸੀਗੀ, ਔਰ ਹੁਣ ਇਹ ਵੀ ਆਇਆ ਵੀ ਇਸ ਜੋ ਕੁਝ ਕੀਤਾ ਸੁਪਰੀਮ ਕੋਰਟ ਨੇ, ਇਹ ਸਰਕਾਰ ਹੁਣ ਕਿਉਂਕਿ ਫਸ ਚੁੱਕੀ ਸੀ ਕੜੱਕੀ ਦੇ ਵਿੱਚ, ਤੇ ਇਹ ਜਿਹੜਾ ਮੋਢਾ ਜਿਹੜਾ ਹੈਗਾ ਸਰਕਾਰ ਨੇ ਸੁਪਰੀਮ ਕੋਰਟ ਦਾ ਵਰਤ ਲਿਆ। ਆਪ ਉਹ ਸਰਕਾਰ ਜਿਹੜੀ ਹੈ ਵਿਡਰਾ ਨਹੀਂ ਸੀ ਕਰ ਰਹੀ, ਉਹਨਾਂ ਨੇ ਸੁਪਰੀਮ ਕੋਰਟ ਨੂੰ ਵਿੱਚ ਲਿਆਂਦਾ, ਕਿਉਂਕਿ ਇਹ ਅਸੀਂ ਵੀ ਕੱਲ੍ਹ ਵੀ ਪ੍ਰੋਗਰਾਮ ਕੀਤਾ ਸੀ, ਉਸ ਦੇ ਵਿੱਚ ਵੀ ਅਸੀਂ ਇਹ ਦੱਸਿਆ ਸੀਗਾ ਵੀ ਇਸ ਵਕਤ ਇਹ ਹੋ ਗਿਆ ਵੀ ਇਹ ਜਿਹੜਾ 4 ਮੈਂਬਰੀ ਕਮੇਟੀ ਬਣਾਈ ਹੈ, 4 ਮੈਂਬਰੀ ਕਮੇਟੀ ਤਾਂ ਪਹਿਲਾਂ ਹੀ ਆਪਣੀ ਫੇਵਰ ਦਿਖਾ ਚੁੱਕੀ ਹੈ ਇਸ ਕਾਨੂੰਨਾਂ ਦੇ ਵਿੱਚ, ਚਾਰਾਂ ਨੇ ਆਪਣੇ ਆਪਣੇ ਬਿਆਨ ਦੇ ਚੁੱਕੇ ਆ। ਅੱਜ ਹਰੇਕ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਿਆਨ ਲੱਗ ਰਹੇ ਆ, ਉਹਨਾਂ ਦੀ ਵੀਡੀਓਜ਼ ਚੱਲ ਰਹੀਆਂ, ਉਹਨਾਂ ਦੇ ਜਿਹੜੇ ਆਰਟੀਕਲਸ ਹੈ ਉਹ ਦੱਸੇ ਜਾ ਰਹੇ ਆ ਵੀ ਇਹ ਲੋਕ ਤਾਂ ਪਹਿਲੇ ਹੀ ਉਹਦੇ ਫੇਵਰ ਸੀਗੇ, ਇਹ ਕਿਸ ਤਰ੍ਹਾਂ ਅੱਗੇ ਮੀਡੀਏਟਰ ਦੀ ਭੂਮਿਕਾ ਨਿਭਾਉਣਗੇ। ਸਭ ਤੋਂ ਵੱਡੀ ਗੱਲ ਦੂਸਰੀ ਗੱਲ ਹੈ ਵੀ ਜਦੋਂ ਕਿਸਾਨ ਪਾਰਟੀ ਨਹੀਂ ਸੀ, ਉਹ ਫਿਰ ਸੁਪਰੀਮ ਕੋਰਟ ਦੀ ਹਦਾਇਤ ਨੂੰ ਕਿਵੇਂ ਮੰਨਣਗੇ ਵੀ ਅਸੀਂ ਇਹ 4 ਮੈਂਬਰੀ ਕਮੇਟੀ ਨੂੰ ਕਿਵੇਂ ਮੰਨਣਗੇ। ਤੁਹਾਡੀ ਗੱਲ ਠੀਕ ਹੈ। ਇਹ ਜਿਹੜੇ 4 ਮੈਂਬਰ ਨੇ ਇਹ ਸ਼ੁਰੂ ਤੋਂ ਹੀ ਜਿਹੜੇ ਹੈ ਇਹਦੇ 'ਚ ਭੁਪਿੰਦਰ ਸਿੰਘ ਮਾਨ ਹੋ ਰਹੀ ਹੈ, ਉਹ ਪਹਿਲਾਂ ਨਰਿੰਦਰ ਸਿੰਘ ਤੋਮਰ ਹੋਰਾਂ ਨੂੰ ਮਿਲ ਕੇ ਆਏ ਆ, ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਜਿਹੜੇ ਕਾਨੂੰਨ ਹੈ ਕਿਸਾਨਾਂ ਦੇ ਹੱਕ 'ਚ ਹੈ। ਬਿਲਕੁਲ। ਉਹ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਬ੍ਰੇਕਵੇ ਫੈਕਸ਼ਨ ਹੈ, ਉਹਦੇ ਪ੍ਰਧਾਨ ਹੈ। ਬਿਲਕੁਲ। ਉਹ ਤੋਂ ਬਾਅਦ ਸ਼ੇਤਕਾਰੀ ਸੰਗਠਨ ਹੈ ਮਹਾਰਾਸ਼ਟਰ ਦਾ, ਜਿਹਦੇ ਪ੍ਰਧਾਨ ਸ਼ਰਦ ਜੋਸ਼ੀ ਹੋਇਆ ਕਰਦੇ ਸੀ। ਆਪਾਂ ਪਹਿਲਾਂ ਆਪਣੇ ਪ੍ਰੋਗਰਾਮ 'ਚ ਵੀ ਚਰਚਾ ਕੀਤੀ ਸੀ ਕਿ ਸ਼ਰਦ ਜੋਸ਼ੀ ਹਮੇਸ਼ਾ ਇਹ ਡਿਮਾਂਡ ਕਰਿਆ ਕਰਦਾ ਸੀ ਕਿ ਜਦੋਂ ਤੁਸੀਂ ਸਾਰੇ ਸੈਕਟਰ ਨੂੰ ਲਿਬਰਲਾਈਜ਼ ਕੀਤਾ ਹੈ, ਜਦੋਂ ਤੁਸੀਂ ਇੰਡਸਟਰੀ ਨੂੰ ਲਿਬਰਲਾਈਜ਼ ਕੀਤਾ ਹੈ, ਹੋਰ ਸੈਕਟਰ ਨੂੰ ਇੰਪੋਰਟ ਐਕਸਪੋਰਟ ਨੂੰ ਲਿਬਰਲਾਈਜ਼ ਕੀਤਾ, ਤੁਸੀਂ ਖੇਤੀ ਸੈਕਟਰ 'ਚ ਸਰਕਾਰੀ ਦਖਲ ਵੀ ਥੋੜਾ ਬੰਦ ਕਰੋ, ਇੱਥੇ ਪ੍ਰਾਈਵੇਟ ਪਲੇਅਰਸ ਨੂੰ ਆਉਣ ਦਿਓ। ਸ਼ਰਦ ਜੋਸ਼ੀ ਬੜਾ ਡਿਮਾਂਡ ਕਰਿਆ ਕਰਦਾ ਸੀ, ਤੇ ਉਹਦੇ ਪ੍ਰਧਾਨ ਹੈ ਇੱਕ ਪ੍ਰਮੋਦ ਕੁਮਾਰ ਜੋਸ਼ੀ। ਬਿਲਕੁਲ। ਅਸ਼ੋਕ ਗੁਲਾਟੀ ਇਨਫੋਸਿਸ ਦੇ ਜਿਹੜਾ ਹੈ ਚੇਅਰ ਪ੍ਰੋਫੈਸਰ ਹੈ, ਉਹ ਲਿਖਦੇ ਰਹਿੰਦੇ ਆ ਲਗਾਤਾਰ ਅਖਬਾਰਾਂ 'ਚ ਕਿ ਇਹ ਕਿਸਾਨੀ ਕਾਨੂੰਨਾਂ ਦੇ ਹੱਕ 'ਚ ਵੀ ਉਹਨਾਂ ਨੇ ਕਾਫੀ ਕੁਝ ਲਿਖਿਆ ਹੈ ਕਿ ਇਹਦੇ ਨਾਲ ਕਿੱਦਾਂ ਕੰਪੀਟੀਟਿਵਨੈਸ ਆਏਗੀ, ਇਹਦੇ ਨਾਲ ਕਿੱਦਾਂ ਪ੍ਰਾਈਵੇਟ ਇਨਵੈਸਟਮੈਂਟ ਆਏਗੀ, ਉਹ ਲਗਾਤਾਰ ਲਿਖਦੇ ਰਹੇ ਨੇ। ਸੋ ਇਹ ਜਿੰਨੇ ਵੀ ਚਾਰੇ ਵਿਅਕਤੀ ਨੇ, ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਐਗਰੀਕਲਚਰ ਐਕਸਪਰਟ ਨੇ, ਚਾਹੇ ਪਾਲਿਸੀ ਐਕਸਪਰਟ ਨੇ, ਚਾਹੇ ਉਹ ਕਿਸਾਨ ਸੰਗਠਨਾਂ ਦੇ ਨੁਮਾਇੰਦੇ ਨੇ, ਇਹ ਬਿੱਲਾਂ ਦੇ ਹੱਕ 'ਚ ਪਹਿਲਾਂ ਹੀ ਜਿਹੜੇ ਹੈ ਉਹ ਲਿਖ ਚੁੱਕੇ ਨੇ ਜਾਂ ਆਪਣਾ ਰੁਝਾਨ ਦੱਸ ਚੁੱਕੇ ਨੇ। ਤੇ ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀਂ ਪਹਿਲਾਂ ਹੀ ਜਿਹੜਾ ਹੈ, ਇਹਦਾ ਮਤਲਬ ਹੈ ਇਹ ਕਮੇਟੀ ਬਾਇਸਡ ਹੋਏਗੀ, ਅਸੀਂ ਤੇ ਮੋੜ ਨਹੀਂ ਆਵਾਂਗੇ। ਬਿਲਕੁਲ। ਸੋ ਇਹ ਬੜੀ ਇੱਕ ਕੈਚ 22 ਵਾਲੀ ਸਿਚੁਏਸ਼ਨ ਜਿਹੜੀ ਹੈ ਸਰਕਾਰ ਵਾਸਤੇ ਹੋ ਗਈ ਹੈ ਕਿ 10-12 ਲੱਖ ਲੋਕ ਜਿਹੜੇ ਹੈ ਉੱਥੇ ਜਮ੍ਹਾਂ ਹੈ। ਬਿਲਕੁਲ। ਤੁਸੀਂ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਪਾ ਰਹੇ। ਤੁਹਾਡੇ ਲਈ ਇਹ ਸਿਰਦਰਦੀ ਹੈ ਕਿ 10-12 ਲੱਖ ਲੋਕ ਕਿਸੇ ਡੈਮੋਕ੍ਰੇਸੀ 'ਚ ਇੱਕ ਜਗ੍ਹਾ ਜਮ੍ਹਾਂ ਹੋ ਜਾਣ, ਤੁਸੀਂ ਉਹਨੂੰ ਕਿੱਦਾਂ ਨਜਿੱਠਣਾ, ਤੁਹਾਨੂੰ ਕੋਈ ਹੱਲ ਨਹੀਂ ਲੱਭ ਰਿਹਾ। ਬਿਲਕੁਲ। ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਵੀ ਖਤਰਾ ਹੈ। ਤਾਂ ਸਰਕਾਰ ਜਿੱਦਾਂ ਤੁਸੀਂ ਕਿਹਾ ਬਹੁਤ ਕੜੱਕੀ 'ਚ ਫਸੀ ਹੋਈ ਹੈ ਇਸ ਵੇਲੇ ਮਹਿਸੂਸ ਕਰਦੀ ਹੈ, ਤੇ ਹੱਲ ਜਿਹੜਾ ਹੈ ਉਹ ਲੱਭ ਨਹੀਂ ਰਿਹਾ। ਵੀਟੋ ਪਾਵਰ ਸਾਰੀ ਕਿਸਾਨਾਂ ਕੋਲ ਹੈ। ਕਿਸਾਨਾਂ ਕੋਲ। ਬਿਲਕੁਲ। ਦੇਖੋ ਤੁਸੀਂ ਕਿਹਾ ਵੀ ਇਹ ਤਾਂ 10-12 ਲੋਕ ਬੈਠੇ ਜੇ 10-12 ਕਰੋੜ ਆ ਗਏ, ਲੇਕਿਨ ਕਿਆ ਤੁਸੀਂ ਮੰਨਦੇ ਵੀ ਸਿਰਫ 10-12 ਲੋਕ ਹੈ? ਅੱਜ ਦੇਸ਼ ਦੇ ਕਿਸਾਨਾਂ ਦੇ ਉੱਤੇ ਸਾਰਾ ਕੁਝ 10-12 ਲੱਖ ਲੋਕ ਜਿਹੜੇ ਕਿਹਾ ਤੁਸੀਂ ਵੀ 10-12 ਲੱਖ, ਇਹ ਠੀਕ ਹੋ ਸਕਦਾ ਵੀ 10-12 ਲੱਖ ਲੋਕਾਂ ਚੋਂ ਉੱਥੇ ਕੁਝ ਬੈਠੇ ਹੋਣ, ਅਸੀਂ 2 ਲੱਖ ਵੀ ਕੋਈ ਕਹਿ ਰਿਹਾ, ਜਿਹੜਾ ਆਪਣਾ ਜਿਹਨੂੰ ਗੋਦੀ ਮੀਡੀਆ ਆਪਾਂ ਕਹਿੰਦੇ ਆ, ਨੈਸ਼ਨਲ ਮੀਡੀਆ, ਉਹ ਤਾਂ 50-60 ਹਜ਼ਾਰ ਰੁਪਏ ਦੱਸਦੇ ਆਪਣੀ ਆਪਣੀ ਅਸੈਸਮੈਂਟ ਹੈ, ਉਹ ਨਹੀਂ ਗੱਲ। ਲੇਕਿਨ ਇਹ ਤਾਂ ਅਸੀਂ ਮੰਨਾਂਗੇ ਵੀ 10-12 ਲੱਖ ਨਹੀਂ ਹੈ, ਇਹ ਕਈ ਕਰੋੜਾਂ 'ਚ ਹੈ। ਇਹਦੇ ਤੇ 70% ਜਨਸੰਖਿਆ ਜਿਹੜੀ ਹੈ ਉਹ ਕਿਸਾਨੀ ਨਾਲ ਜੁੜੀ ਹੋਈ ਜਨਸੰਖਿਆ ਹੈਗੀ ਆ। ਅਗਰ ਮੰਨਿਆ ਜਾਵੇ ਵੀ ਕਿਸਾਨਾਂ ਦੀ ਸਾਂਝੀ ਸਮੱਸਿਆ ਹੈਗੀ, ਜਿਸ ਤਰ੍ਹਾਂ ਹੁਣ ਪੰਜਾਬ ਹਰਿਆਣੇ ਦੇ ਕਿਸਾਨਾਂ ਤੋਂ ਚੱਲਿਆ ਹੋਇਆ ਅੰਦੋਲਨ ਪੂਰੇ ਦੇਸ਼ ਦੇ ਵਿੱਚ ਬਣ ਚੁੱਕਿਆ ਹੈ ਅੰਦੋਲਨ, ਇਹ ਤਾਂ ਕਰੋੜਾਂ ਦੀ ਜਨਸੰਖਿਆ ਹੈ ਕਿਸਾਨੀ ਨਾਲ ਸੰਬੰਧਿਤ, ਇਹ ਉਹਨਾਂ ਦਾ ਅੰਦੋਲਨ ਬਣ ਗਿਆ। ਇਹ ਅੰਦੋਲਨ ਜਿਹੜਾ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣਾ ਪਏਗਾ ਇਸ ਦੇ ਬਾਰੇ। ਜਿਹੜੇ ਉਹਨਾਂ ਦੀ ਇੱਕ ਮੰਗ ਹੈਗੀ ਹੈ, ਅਗਰ ਸੁਪਰੀਮ ਕੋਰਟ ਨੇ ਲਿਆ ਆਪਣਾ ਡਿਸੀਜਨ, ਸੁਪਰੀਮ ਕੋਰਟ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲੇ ਅਸੀਂ ਕੁਝ ਨਹੀਂ ਹੈਗੇ ਆ, ਲੇਕਿਨ ਸੁਪਰੀਮ ਕੋਰਟ ਸਿਆਣਪ ਕਰ ਸਕਦੀ ਸੀ ਅਗਰ ਇਹਨਾਂ ਕਾਨੂੰਨਾਂ ਨੂੰ ਸੋਚ ਕੇ ਇਹ ਸੋਚਦੀ ਵੀ ਇਹਨਾਂ ਨੂੰ ਹਲੇ ਰੱਦ ਕਰ ਦਿੱਤਾ ਜਾਵੇ, ਉਸ ਤੋਂ ਬਾਅਦ ਇੱਕ ਨਵੇਂ ਕਾਨੂੰਨ ਜਿਹੜੇ ਬਣਾਉਣ, ਇਹਨਾਂ ਨੂੰ ਸੋਚ ਕੇ ਜਿੱਦਾਂ ਕਮੇਟੀ ਬਣਾਈ ਹੈ, ਫਿਰ ਕਮੇਟੀਆਂ ਬਣਾ ਕੇ ਇਹਨਾਂ ਦੀ ਸਿਟਿੰਗ ਕਰਾਉਂਦੇ, ਇਹਨਾਂ ਦੇ ਬਿਠਾਉਂਦੇ, ਆਪ ਸਰਕਾਰ ਨਾਲ ਬਿਠਾਉਂਦੇ, ਨਵੇਂ ਕਾਨੂੰਨ ਬਣ ਸਕਦੇ ਸੀਗੇ। ਕੋਈ ਐਡੀ ਵੱਡੀ ਗੱਲ ਨਹੀਂ ਸੀ, ਐਡੀ ਵੱਡੀ ਸਮੱਸਿਆ ਨਹੀਂ ਸੀ। 4 ਬੰਦਿਆਂ ਦੀ ਬਣਾਈ, ਇਹਦੇ ਬਾਰੇ ਵੀ ਸਪਸ਼ਟ ਨਹੀਂ ਹੈ ਕਿ ਇਹ ਕੀ ਕਰੂਗੇ। ਇਹ ਮੀਡੀਏਟਰ ਹੈ, ਇਹ ਸਲਾਹ ਕਰਨਗੇ, ਫੈਸਲਾ ਨਹੀਂ ਲੈਣਗੇ। ਇਹ ਕਲੀਅਰ ਹੈ ਵੀ ਮੀਡੀਏਟਰ ਹੈ, ਜਾਂ ਸੁਪਰੀਮ ਕੋਰਟ ਨੂੰ ਸਲਾਹ ਦੇਣਗੇ। ਨਹੀਂ, ਇਹ ਮੀਡੀਏਟਰ ਹੈ। ਇਹ ਦੋਨਾਂ ਦਾ ਰੁਖ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਤੱਕ ਪਹੁੰਚਾਉਣਗੇ ਵੀ ਕਿਸਾਨ ਆ ਕਹਿੰਦੇ ਆ, ਆ ਕਹਿੰਦੇ ਆ। ਇਹ ਡਿਸੀਜਨ ਦੇਣ ਦੇ ਅਧਿਕਾਰੀ ਨਹੀਂ ਹੈ ਇਹ ਕਮੇਟੀ ਦੇ ਮੈਂਬਰ ਵੀ ਇਹ ਕੋਈ ਡਿਸੀਜਨ ਦੇ ਦੇਣਗੇ, ਨਹੀਂ। ਡਿਸੀਜਨ ਉਹ ਤੋਂ ਬਾਅਦ ਜਿਹੜਾ ਹੈ ਉਹ ਸੁਪਰੀਮ ਕੋਰਟ ਵੀ ਨਹੀਂ ਲੈ ਸਕਦੀ, ਕਿਉਂਕਿ ਰੱਦ ਕਰਨਾ ਅਧਿਕਾਰ ਖੇਤਰ ਨਹੀਂ ਹੈ ਮੇਰੇ ਹਿਸਾਬ ਦੇ ਵਿੱਚ ਸੁਪਰੀਮ ਕੋਰਟ ਦਾ। ਦੇਖੋ ਸਕੂਈ ਤੇ ਇੱਕ ਚਰਚਾ ਛਿੜੀ ਹੋਈ ਹੈ ਕਿ ਸੁਪਰੀਮ ਕੋਰਟ 2-3 ਆਧਾਰ ਤੇ ਕਿਸੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ। ਨੰਬਰ 1 ਕਿ ਲੈਜਿਸਲੇਟਿਵ ਕੰਪੀਟੈਂਸ ਹੈ ਕਿ ਤੁਸੀਂ ਇਹ ਕਾਨੂੰਨ ਬਣਾ ਸਕਦੇ ਹੋ। ਦੂਜਾ ਕਿ ਉਹ ਕਿਸੇ ਤਰ੍ਹਾਂ ਦੇ ਫੰਡਾਮੈਂਟਲ ਰਾਈਟਸ ਦਾ, ਕਿਸੇ ਨਾਗਰਿਕ ਦੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਕਰਦੀ ਹੈ। ਤੀਜੇ ਉਹਦੇ ਸੰਵਿਧਾਨ 'ਚ ਕਿਸੇ ਮਦ ਦੀ ਜਿਹੜੀ ਹੈ ਉਹ ਉਲੰਘਣਾ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਬਿਲਕੁਲ। ਉਹ ਜੁਡੀਸ਼ੀਅਲ ਰਿਵਿਊ 'ਚ ਸੁਪਰੀਮ ਕੋਰਟ ਨੂੰ ਅਧਿਕਾਰ ਹੈਗਾ, ਤੇ ਬਹੁਤ ਸਾਰੇ ਫੈਸਲੇ ਹਨ ਸੁਪਰੀਮ ਕੋਰਟ ਨੇ ਜਿਹੜੇ ਹੈ ਉਹ ਪਾਰਲੀਮੈਂਟ ਵੱਲੋਂ ਪਾਸ ਕੀਤੇ ਹੋਏ ਰੱਦ ਕੀਤੇ ਨੇ। ਸੋ ਇਹ ਇੱਕ ਬਹਿਸ ਹੈ ਕਿ ਸੁਪਰੀਮ ਕੋਰਟ ਨੂੰ ਕਿੰਨਾ ਕੁ ਅਖਤਿਆਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸੋ ਆਉਣ ਵਾਲੇ ਸਮੇਂ 'ਚ ਦੇਖੋ, ਪਰ ਇਹਦੇ ਲਈ ਮੇਰਾ ਇੱਕ ਸੁਝਾਅ ਹੈ ਜੋ ਮੈਂ ਸੋਚਦਾ ਸੀ
ਕਿ ਬਹੁਤ ਸਾਰੇ ਦੇਸ਼ਾਂ 'ਚ ਹੈ ਪਲੈਬੀਸਾਈਟ ਜਨਮਤ ਸੰਗ੍ਰਹਿ ਦਾ ਇੱਕ ਰਿਵਾਜ ਹੈ ਕਿ ਕਿਸੇ ਕਾਨੂੰਨ ਤੇ ਜੇ ਵੱਖਰੀਆਂ ਵੱਖਰੀਆਂ ਰਾਏ ਹੈ ਲੋਕਾਂ ਦੀਆਂ, ਸਰਕਾਰ ਦੀ ਕੁਝ ਹੈ, ਲੋਕਾਂ ਦੀ ਕੁਝ ਹੈ ਤੇ ਹੋਰ ਲੋਕਾਂ ਦੀ ਕੁਝ ਹੈ, ਜਿੱਦਾਂ ਅਸੀਂ ਬ੍ਰੈਗਜ਼ਿਟ 'ਚ ਦੇਖਿਆ ਬ੍ਰਿਟੇਨ 'ਚ, ਬਿਲਕੁਲ ਕਿ ਉਹਦੇ ਬਾਰੇ ਇੱਕ ਜਨਮਤ ਸੰਗ੍ਰਹਿ ਜਿਹੜਾ ਹੈ ਉਹਦਾ ਰਿਵਾਜ ਸਾਡੇ ਤਾਂ ਨਹੀਂ ਹੈ, ਪਰ ਇਹ ਹੋ ਸਕਦਾ ਹੈ ਕਿ ਉਹਦੇ ਬਾਰੇ ਇੱਕ ਜਨਮਤ ਸੰਗ੍ਰਹਿ ਜਿਹੜਾ ਹੈ ਉਹ ਜ਼ਰੂਰ ਕਰਵਾਇਆ ਜਾ ਸਕਦਾ, ਲੋਕਾਂ ਦੀ ਰਾਏ ਲਈ ਜਾ ਸਕਦੀ ਹੈ ਕਿਸੇ ਨਾ ਕਿਸੇ ਤਰ੍ਹਾਂ, ਤੇ ਉਹਦੇ ਬਾਅਦ ਫੈਸਲਾ ਕੀਤਾ ਜਾ ਸਕਦਾ। ਬਿਲਕੁਲ ਇਹ ਠੀਕ ਹੈ, ਲੇਕਿਨ ਉਹ ਚੀਜ਼ ਹੁੰਦੀ ਹੈ ਕਿਹੜੇ ਲੋਕ ਇਹਦੇ ਵਿੱਚ ਸ਼ਾਮਲ ਹੋਣਗੇ ਰਾਏ ਦੇਣ ਦੇ ਲਈ। ਦੇਖੋ ਸਭ ਤੋਂ ਵੱਡਾ ਸਵਾਲ ਇਹ ਆ ਜਾਏਗਾ ਕ੍ਰਾਈਟੇਰੀਆ, ਇੱਕ ਸਭ ਤੋਂ ਵੱਡੇ ਕਿਹੜੇ ਲੋਕ ਹੋਣਗੇ ਇਹਦੇ ਵਿੱਚ, ਮਤਲਬ ਠੀਕ ਹੈ ਨਾ, ਇਹ ਚੀਜ਼ਾਂ ਬਣਾਉਣੀਆਂ ਪੈਣਗੀਆਂ ਲੋਕਾਂ ਨੇ ਬਣਾਉਣਾ ਜਾਂ ਉਹਦੇ 'ਚ ਉਹਦਾ ਪ੍ਰੋਸੈਸ ਮੈਕੈਨਿਜ਼ਮ ਤਾਂ ਡਿਵੈਲਪ ਹੋ ਸਕਦਾ, ਬਿਲਕੁਲ, ਪਰ ਬਹੁਤ ਸਾਰੇ ਲੋਕਤੰਤਰਾਂ 'ਚ ਇਹ ਰਿਵਾਜ ਹੈ ਕਿ ਤੁਸੀਂ ਕਿਸੇ ਕਾਨੂੰਨ ਬਾਰੇ ਜਨਮਤ ਸੰਗ੍ਰਹਿ ਕਰਵਾਓ। ਜੀ ਕਰਾਓ, ਲੇਕਿਨ ਦੇਖੋ ਇੱਕ ਮਿੰਟ ਲਈ, ਸਾਡੇ ਤਾਂ ਹਿੰਦੁਸਤਾਨ ਦੇ ਵਿੱਚ ਅਸੀਂ ਆਪਣੀ ਵੋਟ ਪਾ ਕੇ ਆਉਂਦੇ ਹਾਂ, ਸਾਨੂੰ ਇਹੀ ਨਹੀਂ ਪਤਾ ਸਾਡੀ ਵੋਟ ਸਹੀ ਪਈ ਹੈ, ਸਾਨੂੰ ਤਾਂ ਯਕੀਨ ਨਹੀਂ ਹੈ ਜਿਹੜੀ ਅਸੀਂ ਜਿਹਦਾ ਬਟਨ ਅਸੀਂ ਦਬਾ ਕੇ ਆਏ ਹਾਂ EVM ਦਾ, ਸਾਨੂੰ ਉਹਦੇ ਉੱਤੇ ਯਕੀਨ ਨਹੀਂ ਹੈ ਪ੍ਰੋਪਰ ਵੇ ਨਾਲ, ਤਾਂ ਆਪਾਂ ਬਾਕੀ ਚੀਜ਼ਾਂ ਤੇ ਯਕੀਨ ਕਰਕੇ ਨਹੀਂ ਚੱਲ ਸਕਦੇ ਜਿੱਥੋਂ ਤੱਕ ਹੈ। ਲੇਕਿਨ ਇਹ ਹੈ ਵੀ ਤੁਸੀਂ ਕਿਹਾ ਵੀ ਕਾਨੂੰਨ ਬਣਾਉਣਾ, ਇਹ ਲੋਕਤੰਤਰ ਹੈ, ਲੋਕਾਂ ਨੇ ਕਾਨੂੰਨ ਬਣਾਇਆ, ਜੇ ਲੋਕਾਂ ਨੂੰ ਪਸੰਦ ਹੀ ਨਹੀਂ ਹੈ, ਲੋਕ ਚਾਹੁੰਦੇ ਹੀ ਨਹੀਂ ਹੈ ਵੀ ਇਹ ਕਾਨੂੰਨ ਬਣਾਇਆ ਜਾਵੇ, ਤਾਂ ਅਸੀਂ 5 ਸਾਲ ਇੰਤਜ਼ਾਰ ਤਾਂ ਨਹੀਂ ਨਾ ਕਰਾਂਗੇ। ਜੇ ਸਰਕਾਰ ਨੇ ਜ਼ਬਰਦਸਤੀ ਬਣਾਏ 5 ਸਾਲ ਬਾਅਦ ਅਸੀਂ ਵੋਟਾਂ ਪਾ ਕੇ ਇਹਨਾਂ ਦਾ ਵਿਰੋਧਤਾ ਕਰਾਂਗੇ, 5 ਸਾਲ ਦੇ ਵਿੱਚ 3 ਸਾਲ ਦਾ ਜਿਹੜਾ ਤੁਸੀਂ ਕਿਸਾਨਾਂ ਨੂੰ ਦਿੱਤਾ ਹੋਇਆ ਟਾਈਮ, ਉਹਦੇ ਵਿੱਚ ਤਾਂ ਉਹ ਲੋਕ ਰੁਲ ਜਾਣਗੇ, ਉਹ ਤਾਂ ਬਿਲਕੁਲ ਮਿੱਟੀ ਦੇ ਵਿੱਚ ਰੁਲ ਜਾਣਗੇ। ਇਹਦਾ ਬੈਟਰ ਇਹੀ ਹੈ, ਇਹਦਾ ਬੈਟਰ ਸੋਲੂਸ਼ਨ ਇਹੀ ਹੈ ਵੀ ਇਹ ਜਿਹੜੇ ਖੇਤੀ ਬਿੱਲ ਹੈ ਇਹਨਾਂ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ 26 ਜਨਵਰੀ ਨੂੰ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ, ਕਿਸਾਨਾਂ ਨੇ ਟਰੈਕਟਰ ਰੈਲੀ ਕੱਢਣੀ ਹੈ, ਉਹ ਹੋਰ ਵੀ ਮੁਸੀਬਤ ਜਿਹੜੀ ਹੈ ਉਹ ਸਰਕਾਰ ਲਈ ਬਣ ਸਕਦੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਕਿਸਾਨਾਂ ਦਾ, ਉਹ ਜਿਉਂਦਾ ਤਿਉਂ ਹੈ। ਕਿਸਾਨਾਂ ਨੇ ਕਿਹਾ, ਅਸੀਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਜਿਹੜਾ ਹੈ ਐਫੀਡੈਵਿਟ ਦਿਓ ਉਹਨਾਂ ਦੇ ਵਕੀਲ ਨੂੰ ਕਿ 26 ਜਨਵਰੀ ਨੂੰ ਜਿਹੜਾ ਹੈ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਹਿੰਸਾ ਦੀ ਜਾਂ ਉਹਨਾਂ ਦੀ ਪਾਰਟਿਸਿਪੇਸ਼ਨ ਉੱਥੇ ਨਹੀਂ ਹੋਗੀ ਜੀ। ਕਿਸਾਨਾਂ ਦਾ ਆਪਣਾ ਤਰਕ ਹੈ ਕਿ 26 ਜਨਵਰੀ ਦੀ ਪਰੇਡ ਤੋਂ ਬਾਅਦ ਉਹ ਆਪਣੀ ਜਿਹੜੀ ਹੈ ਗਣਤੰਤਰ ਪਰੇਡ ਕਰਨ। ਬਿਲਕੁਲ, ਪਰ ਹੁਣ ਦੇਖੋ ਇਹੀ ਇੱਕ ਜਿਹੜੀ ਹੈ ਸਰਕਾਰ ਇੱਥੇ ਕੁੜੀਕੀ 'ਚ ਫਸੀ ਹੋਈ ਹੈ ਕਿ ਗਣਤੰਤਰ ਹੈ, ਲੋਕਾਂ ਨੂੰ ਅਖਤਿਆਰ ਵੀ ਹੋਏਗਾ ਕਿ ਆਪਣੀ ਉਹ ਪਰੇਡ ਕੱਢ ਸਕਣ, ਤਿਰੰਗੇ ਝੰਡੇ ਲਾ ਕੇ, ਜਿੱਦਾਂ ਉਹਨਾਂ ਨੇ ਕਿਹਾ ਕਿ ਅਸੀਂ ਪਰੇਡ ਕੱਢਣਗੇ। ਦੂਜੇ ਪਾਸੇ ਸਰਕਾਰ ਵੀ ਜਿਹੜੀ ਹੈ ਕੁੜੱਕੀ 'ਚ ਫਸੀ ਹੋਈ ਹੈ। ਬਿਲਕੁਲ ਬਿਲਕੁਲ। ਇੱਕ ਰਕੇਸ਼ ਟਕੈਤ ਜੀ ਦਾ ਬਿਆਨ ਆਇਆ ਅੱਜ ਵੀ ਜੇ ਹੁਣ ਜ਼ਬਰਦਸਤੀ ਕੀਤੀ ਗਈ, ਜਿਸ ਤਰ੍ਹਾਂ 25 ਨਵੰਬਰ ਨੂੰ ਹਰਿਆਣਾ ਦੇ ਬਾਰਡਰਾਂ ਤੇ ਜਾਂ ਦੂਸਰੇ ਬਾਰਡਰਾਂ ਤੇ ਕੀਤੀ ਗਈ, ਸੜਕਾਂ ਪੱਟ ਦਿੱਤੀਆਂ ਗਈਆਂ, ਪਾਣੀ ਦੀਆਂ ਬੁਛਾਰਾਂ ਸਿੱਟੀਆਂ ਗਈਆਂ, ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ, ਹੰਝੂ ਗੈਸ ਚਲਾਏ ਗਏ, ਵੀ ਜੇ ਇਸ ਤਰ੍ਹਾਂ ਜ਼ਬਰਦਸਤੀ ਕੀਤੀ ਤਾਂ ਹੁਣੇ ਖੂਨ ਖਰਾਬਾ ਵੀ ਹੋ ਸਕਦਾ, 10,000 ਦੇ ਕਰੀਬ ਜਿਹੜੀਆਂ ਜਾਨਾਂ ਜਾ ਸਕਦੀਆਂ। ਅੱਜ ਦੀ ਅਖਬਾਰ ਦੇ ਵਿੱਚ ਹੈਡਲਾਈਨ ਹੈ। ਹਰ ਵਿਅਕਤੀ ਦੇ ਮਨ 'ਚ ਖਦਸ਼ਾ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਜਿਹੜੀ ਹੈ ਉਹ ਨਾ ਹੋਵੇ। ਬਿਲਕੁਲ, ਹਰੇਕ ਵਿਅਕਤੀ, ਚਾਹੇ ਸਰਕਾਰ ਹੈ ਚਾਹੇ ਕਿਸਾਨ ਹੈ, ਚਿੰਤਤ ਇਸ ਗੱਲ ਤੋਂ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਉੱਥੇ ਨਹੀਂ ਹੋਣੀ ਚਾਹੀਦੀ। ਇਸ ਹਿੰਸਾ ਤੋਂ ਬਚਣ ਲਈ ਹੀ ਸੁਪਰੀਮ ਕੋਰਟ ਨੇ ਇੱਕ ਮੀਡੀਏਟਰ ਦੇ ਤੌਰ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਜਿਹੜੀ ਹੈ ਸੁਪਰੀਮ ਕੋਰਟ ਦੀ ਕੋਸ਼ਿਸ਼ ਵੀ ਮੈਨੂੰ ਕਾਮਯਾਬ ਹੁੰਦੀ ਦਿਸਦੀ। ਸੋ ਇਹ ਹੁਣ ਕਿਉਂਕਿ ਕਿਸਾਨ ਅੜ ਚੁੱਕੇ ਨੇ ਵੀ ਚਾਹੇ ਇਹਨਾਂ ਤੇ ਸਟੇ ਲੱਗ ਗਈ ਹੈ, ਪਰ ਅਸੀਂ ਦਿੱਲੀ ਦੇ ਬਾਰਡਰਾਂ ਤੋਂ ਨਹੀਂ ਹਿੱਲਣਾ, ਉਦੋਂ ਤੱਕ ਨਹੀਂ ਹਿੱਲਣਾ ਜਦੋਂ ਤੱਕ ਇਹ ਰੱਦ ਨਹੀਂ ਕੀਤੇ ਜਾਂਦੇ। ਤੇ ਉਸ ਦੇ ਵਿੱਚ ਆਉਣ ਵਾਲੀ ਰੂਪਰੇਖਾ ਸਾਰਿਆਂ ਦੇ ਸਾਹਮਣੇ ਕਿ 15 ਜਨਵਰੀ ਤੇ 26 ਜਿਹੜੀ ਜਨਵਰੀ ਹੈ ਉਸ ਦੇ ਲਈ ਉਹਨਾਂ ਨੇ ਮੇਨ ਰੂਪਰੇਖਾ ਬਣਾਈ ਹੈ। ਅੱਜ ਵੀ ਲੋਹੜੀ ਵਾਲੇ ਦਿਨ ਵੀ ਲੋਹੜੀ ਜਿਹੜੀ ਹੈ ਉਹ ਖੇਤੀ ਬਿੱਲਾਂ ਨੂੰ ਸਾੜ ਕੇ ਮਨਾਈ ਜਾ ਰਹੀ ਹੈ ਹਰ ਇੱਕ ਜਗ੍ਹਾ ਦੇ ਉੱਤੇ, ਔਰ 26 ਜਨਵਰੀ ਨੂੰ ਟਰੈਕਟਰ ਰੈਲੀ ਜਿਹੜੀ ਹੈ ਉਹ ਉੱਥੇ ਕੱਢੀ ਜਾਏਗੀ। ਇਹ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ, ਤੇ ਉਹਨਾਂ ਵੱਲੋਂ ਹੋਕਾ ਵੀ ਦਿੱਤਾ ਗਿਆ ਕਿ ਹਮਾ ਕੇ ਜਿਹੜੇ ਸਾਰੇ ਕਿਸਾਨ, ਸਾਰੇ ਹੋਰ ਵੀ ਕਿਸਾਨਾਂ ਨਾਲ ਜਿਹੜੇ ਸੰਬੰਧਿਤ ਲੋਕ ਨੇ ਉਹ ਵੀ ਦਿੱਲੀ ਦੇ ਵਿੱਚ ਪੁੱਜਣ। ਸਰਕਾਰ ਕੋਲ ਦੋ ਹੀ ਆਪਸ਼ਨ ਹੈ, ਜਾਂ ਤਾਂ ਉਹਨਾਂ ਨੂੰ ਉੱਥੇ ਬੈਠੇ ਰਹਿਣ ਦੇਣ, ਉਹਦੇ ਨਾਲ ਕਿਰਕਿਰੀ ਸਰਕਾਰ ਦੀ ਹੁੰਦੀ ਹੈ ਮੀਡੀਆ 'ਚ ਵੀ, ਅੰਤਰਰਾਸ਼ਟਰੀ ਮੰਚਾਂ ਤੇ ਵੀ, ਜਾਂ ਸਰਕਾਰ ਕੋਲ ਦੂਜਾ ਆਪਸ਼ਨ ਹੈ ਕਿ ਉਹ ਤਾਕਤ ਦਾ ਇਸਤੇਮਾਲ ਕਰੇ, ਉਹਦੇ ਨਾਲ ਵੀ ਕਿਰਕਿਰੀ ਸਰਕਾਰ ਦੀ ਹੋਣੀ ਹੈ। ਕਿਸਾਨ ਯੂਨੀਅਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਸਰਕਾਰ ਇਸ ਵੇਲੇ ਕੈਚ 22 ਵਾਲੀ ਸਿਚੁਏਸ਼ਨ 'ਚ ਹੈ, ਨਾ ਤਾਂ ਉਹ ਲੋਕਾਂ ਨੂੰ ਨਾਰਾਜ਼ ਕਰ ਸਕਦੀ ਹੈ, ਬਿਲਕੁਲ, ਨਾ ਉਹ ਉੱਥੇ ਉਹਨਾਂ ਨੂੰ ਬੈਠੇ ਰਹਿਣ ਦੇ ਸਕਦੀ ਹੈ। ਸੋ ਇਸ ਦੌਰਾਨ ਜਿਹੜੀ ਵੀਟੋ ਪਾਵਰ, ਜਿੱਦਾਂ ਮੈਂ ਕਿਹਾ, ਉਹ ਕਿਸਾਨਾਂ ਕੋਲ ਹੈ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ, ਸਾਨੂੰ ਕੀ ਚੀਜ਼ ਮਨਜ਼ੂਰ ਹੈ ਕੀ ਨਹੀਂ, ਉਹ ਵੀਟੋ ਪਾਵਰ ਕਿਸਾਨਾਂ ਕੋਲ ਹੈ। ਤੇ ਕਿਸਾਨਾਂ ਨੇ ਸਰਕਾਰ ਦੇ ਪਹਿਲਾਂ ਵੀ ਸੰਸ਼ੋਧਨ ਜਿਹੜੇ ਉਹਨਾਂ ਨੇ ਕਿਹਾ ਸੀ ਕਰਾਂਗੇ ਰੱਦ ਕਰ ਦਿੱਤੇ। ਸਰਕਾਰ ਨੇ ਹੁਣ ਕਮੇਟੀ ਵੀ ਜਿਹੜੀ ਸੁਪਰੀਮ ਕੋਰਟ ਨੇ ਬਣਾਈ ਉਹ ਵੀ ਕਿਸਾਨਾਂ ਨੇ ਰੱਦ ਕਰ ਦਿੱਤੀ। ਸੋ ਵੀਟੋ ਪਾਵਰ ਕਿਸਾਨਾਂ ਕੋਲ ਹੈ। ਕਿਸਾਨਾਂ ਦੇ ਗੇਂਦ ਜਿਹੜੀ ਹੈ ਉਹਨਾਂ ਦੇ ਪਾਲੇ 'ਚ ਹੈ, ਜੋ ਕਿਸਾਨ ਇਸ ਵੇਲੇ ਚਾਹਣ ਉਹ ਜਿਹੜੀ ਹੈ ਉਹ ਕੰਮ ਹੋਣਾ। ਸਰਕਾਰ ਤਾਂ ਸੋਚ ਸਮਝ ਕੇ ਜੋ ਹੈ ਗੱਲਬਾਤ ਕਰ ਰਹੀ ਹੈ, ਸਾਰਾ ਕੁਝ ਸਟੈਪ ਫੂਕ ਕੇ ਕਰ ਰਹੀ ਹੈ, ਲੇਕਿਨ ਸਰਕਾਰ ਦੇ ਕੁਝ ਜਾਂ ਪਾਰਟੀ ਦੇ ਕੁਝ ਲੋਕਲ ਲੈਵਲ ਦੇ ਨੇਤਾ ਜਿਹੜੇ ਆ ਉਹ ਬਿਨਾਂ ਸੋਚੇ ਸਮਝੇ ਕੁਝ ਅਜਿਹੀਆਂ ਗੱਲਾਂ ਕਰ ਜਾਂਦੇ ਨੇ ਜਿਹੜੇ ਕਿ ਤੇਲ ਦੇ ਵਿੱਚ ਬਲਦੇ ਦੇ ਉੱਤੇ ਤੇਲ ਪਾਉਣ ਦਾ
ਕੰਮ ਕਰਦੇ ਨੇ। ਸੋ ਇਹੋ ਜਿਹੀਆਂ ਜਿਹੜੇ ਲੀਡਰ ਹੈ ਉਹਨਾਂ ਨੂੰ ਵੀ ਬਚਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਜਿਸ ਤਰ੍ਹਾਂ ਹੁਣ ਲੀਡਰ ਬੀਜੇਪੀ ਵਾਲਿਆਂ ਨੇ ਮੰਗ ਕਰਤੀ ਹੈ, ਲਓ ਜੀ ਸੁਪਰੀਮ ਕੋਰਟ ਨੇ ਸਟੇ ਲਾ ਦਿੱਤੀ, ਅਸ਼ਵਨੀ ਸ਼ਰਮਾ ਜੀ ਦਾ ਬਿਆਨ ਆਇਆ ਵੀ ਹੁਣ ਤੁਸੀਂ ਵਾਪਸ ਆ ਜਾਓ ਜੀ, ਕੋਈ ਹਰਜੀਤ ਗਰੇਵਾਲ ਜੀ ਕੋਈ ਹੋਰ ਬਿਆਨ ਦੇ ਰਹੇ ਹੈ, ਔਰ ਉਹ ਤੋਂ ਬਾਅਦ ਹਰ ਤਰ੍ਹਾਂ ਜਿਆਣੀ ਸਾਹਿਬ ਆਪਣਾ ਡਫਲੀ ਵਜਾ ਰਹੇ ਆ ਵੀ ਲੈ ਅਸੀਂ ਤਾਂ ਇਹ ਹੋ ਹੀ ਨਹੀਂ ਸਕਦਾ, ਹੁਣ ਕਿਸਾਨਾਂ ਦੇ ਸਮਝ ਨਹੀਂ ਆ ਰਿਹਾ। ਮਤਲਬ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਗਰੇਜ਼ ਕਰਨਾ ਚਾਹੀਦਾ, ਨਹੀਂ ਤਾਂ ਹੋਰ ਕਿਸੇ ਦਾ ਸੁਪੜਾ ਸਾਫ਼ ਹੋਵੇ ਨਾ ਹੋਵੇ, ਪੰਜਾਬ ਦੇ ਵਿੱਚੋਂ ਭਾਜਪਾ ਦਾ ਸੁਪੜਾ ਹਰਿਆਣੇ ਦੇ ਵਿੱਚੋਂ ਸਾਫ਼ ਹੋ ਜਾਏਗਾ, ਜਿੱਥੋਂ ਤੱਕ ਮੈਨੂੰ ਲੱਗਦਾ। ਇਹਦੇ 'ਚ ਦਾਵੜਾ ਜੀ ਗੱਲ ਸਿਰਫ ਇੰਨੀ ਹੈ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਜਿਹੜਾ ਹੈ ਉਹ ਲੋਕਤੰਤਰ 'ਚ ਹਰੇਕ ਵਿਅਕਤੀ ਨੂੰ ਹੈ ਜੀ। ਜਿਹੜੇ ਬਿੱਲਾਂ ਦੇ ਹੱਕ 'ਚ ਹੈ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਉਹਨਾਂ ਨੂੰ ਵੀ ਹੈ, ਤੇ ਜਿਹੜੇ ਬਿੱਲਾਂ ਦੇ ਵਿਰੋਧ 'ਚ ਹੈ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਉਹਨਾਂ ਨੂੰ ਵੀ ਹੈ ਕਿ ਬਿੱਲਾਂ ਦੇ ਵਿਰੋਧ 'ਚ ਲਿਖਣ, ਬਿੱਲਾਂ ਦੇ ਵਿਰੋਧ 'ਚ ਪ੍ਰੋਟੈਸਟ ਕਰਨ, ਬਿੱਲਾਂ ਦੇ ਵਿਰੋਧ 'ਚ ਬਿਆਨ ਦੇਣ। ਪਰ ਇਹ ਜਿਹੜਾ ਵਿਰੋਧ ਹੈ, ਮਤ ਵਿਰੋਧ ਹੈ, ਇਹ ਹਿੰਸਕ ਨਹੀਂ ਹੋਣਾ ਚਾਹੀਦਾ। ਹਾਂ ਨਹੀਂ, ਗੱਲ ਤਾਂ ਹੈ ਵੀ ਇਹ ਹਿੰਸਾ ਵੱਲ ਨੂੰ ਉਭਾਰਦੇ ਨੇ। ਇੱਕ ਮਿੰਟ ਲਈ ਹੁਣ ਦੇਖੋ, ਖੱਟੜ ਸਾਹਿਬ ਦਾ ਹੈਲੀਕਾਪਟਰ ਨਹੀਂ ਉੱਥੇ ਤੱਕ ਉਤਰਨ ਦਿੱਤਾ ਗਿਆ, ਜਦੋਂ ਪਤਾ ਹੈ ਵੀ ਇਸ ਵਕਤ ਕਿਸਾਨ ਜਿਹੜੇ ਆ ਹਰਿਆਣੇ ਤੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਨੇ, ਕੀ ਜ਼ਰੂਰਤ ਹੈ ਮਹਾਪੰਚਾਇਤ ਬੁਲਾ ਕੇ ਉੱਥੇ ਇਦਾਂ ਦੇ ਕੰਮ ਕਰਨ ਦੀ ਵੀ ਜਿਸ ਦੇ ਵਿੱਚ ਤੁਹਾਡਾ ਆਪਣਾ ਹੀ ਨੁਕਸਾਨ ਹੋਵੇ। ਤੁਹਾਨੂੰ ਪਤਾ ਵੀ ਕਿਸਾਨਾਂ ਨੇ ਤੁਹਾਨੂੰ ਕੋਈ ਰੈਲੀ ਨਹੀਂ ਕਰਨ ਦੇਣੀ ਇਸ ਤਰ੍ਹਾਂ ਦੀ, ਫਿਰ ਕੀ ਜ਼ਰੂਰਤ ਹੈ ਤੁਸੀਂ ਉਹਨਾਂ ਨੂੰ ਜਿਹੜਾ ਉਕਸਾ ਰਹੇ ਹੋ ਉਸ ਕੰਮਾਂ ਦੇ ਲਈ। ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਨਾ ਜੀ। ਉਕਸਾਵਾ ਜਿਹੜਾ ਹੈ ਉਹ ਮਾੜਾ ਹੁੰਦਾ ਹੈ। ਪੇਸ਼ੈਂਸ ਜਿਹੜੀ ਹੈ ਲੋਕਤੰਤਰ 'ਚ ਬਹੁਤ ਜ਼ਰੂਰੀ ਹੈ। ਯੈਸ, ਦੂਜੇ ਦੇ ਵਿਚਾਰਾਂ ਨੂੰ ਸਹਿਣ ਕਰਨ ਦੀ ਤਾਕਤ ਵੀ ਹੋਣੀ ਚਾਹੀਦੀ ਹੈ, ਚਾਹੇ ਉਹ ਤੁਹਾਡਾ ਵਿਰੋਧੀ ਵੀ ਹੈ। ਬਿਲਕੁਲ, ਉਹਦੇ ਵਿਚਾਰ ਸੁਣਨ ਦੀ ਸਮਰੱਥਾ ਤੇ ਸਹਿਨਸ਼ੀਲਤਾ ਤੇ ਹਰੇਕ ਵਿਅਕਤੀ ਨੂੰ ਰੱਖਣੀ ਪੈਣੀ ਹੈ, ਚਾਹੇ ਉਹ ਇੱਕ ਪਾਸੇ ਵਾਲਾ। ਤੁਸੀਂ ਜਾਣਦੇ ਹੋ ਹਰੇਕ ਨਹੀਂ ਹੁੰਦਾ, ਲੀਡਰ ਹੋ ਸਕਦਾ ਹੈ ਜਿਹੜਾ ਸਟੇਜ ਤੇ ਖੜਾ ਸਪੀਚ ਦੇ ਰਿਹਾ, ਉਹ ਲੀਡਰ ਪੇਸ਼ੈਂਸ ਵਾਲਾ ਹੋ ਸਕਦਾ ਹੈ, ਲੇਕਿਨ ਜਿਹੜੀ ਥੱਲੇ ਬੈਠੇ ਹੋਏ ਲੋਕ ਸੁਣ ਰਹੇ ਨੇ ਉਹਨਾਂ ਵਿੱਚ ਸਾਰਿਆਂ 'ਚ ਪੇਸ਼ੈਂਸ ਜ਼ਰੂਰੀ ਨਹੀਂ ਹੋਵੇ। ਉਹੀ ਗੱਲ ਕਰਦੇ ਨੇ, ਲੋਕਤੰਤਰ 'ਚ ਇਹ ਪਰਪੱਕਤਾ ਜਿਹੜੀ ਹੈ, ਮੈਚੋਰਿਟੀ ਹੋਣੀ ਬੜੀ ਜ਼ਰੂਰੀ ਹੈ। ਚਲੋ ਖੈਰ, ਉਮੀਦ ਕਰਨੀ ਚਾਹੀਦੀ ਹੈ, ਲੇਕਿਨ ਇੱਕ ਦੋ ਚਿੱਤੀ ਹੋਰ ਹੈ ਦੋਸਤੋ। ਇਹ ਦੋ ਚਿੱਤੀ ਦੇ ਵਿੱਚ ਠੀਕ ਹੈ ਸਰਕਾਰ ਹੈਗੀ ਹੈ ਵੀ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ, ਲੇਕਿਨ ਇੱਕ ਦੋ ਚਿੱਤੀ ਹੋਰ ਹੋ ਗਈ ਹੈ ਕੋਵਿਡ-19 ਨੂੰ ਲੈ ਕੇ। ਕੋਵਿਡ-19 ਕਹਿੰਦੇ ਨੇ ਦੂਸਰਾ ਜਿਹੜਾ ਦੌਰ ਹੈ ਉਹ ਵੀ ਜ਼ੋਰਾਂ ਤੇ ਹੈ, ਦੂਸਰੀ ਸੈਕੰਡ ਸਟੇਜ ਜਿਹੜੀ ਹੈ ਉਹ ਚੱਲ ਰਹੀ ਹੈ। ਹਾਲਾਂਕਿ ਸਕੂਲ ਖੋਲ੍ਹ ਦਿੱਤੇ ਗਏ ਨੇ, ਕੋਰਟਸ ਦੇ ਵਿੱਚ ਹੁਣ ਬਕਾਇਦਾ ਤਰੀਕਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ, ਜੱਜ ਦੇ ਆਮਣੇ ਸਾਹਮਣੇ ਹੋ ਕੇ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ, ਮਤਲਬ ਜ਼ਿਆਦਾਤਰ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ। ਦੂਸਰੇ ਪਾਸੇ ਹੁਣ ਇਹ ਹੈ ਵੀ ਜਿਹੜੀ ਕੋਵਿਡ-19 ਦੇ ਇੰਜੈਕਸ਼ਨ ਦੀ ਖੇਪ ਸੀਗੀ ਉਹ ਵੀ ਜਿਹੜੀ ਸਟੇਟ ਲੈਵਲ ਤੱਕ ਪਹੁੰਚਾ ਦਿੱਤੀ ਗਈ ਹੈ। ਉਹ ਹੁਣ ਬੜੀ ਜਲਦੀ ਜਿਹੜੇ ਹੈ ਉਹ ਇੰਜੈਕਸ਼ਨ ਲੱਗਣੇ ਸ਼ੁਰੂ ਹੋ ਜਾਣਗੇ। ਕਿਹਾ ਜਾਂਦਾ ਕਿ ਇੱਕ ਇੰਜੈਕਸ਼ਨ ਤੋਂ ਬਾਅਦ 28 ਦਿਨ ਬਾਅਦ ਦੂਸਰਾ ਇੰਜੈਕਸ਼ਨ ਲੱਗੇਗਾ, ਜਿਹੜਾ ਇਸ ਪੂਰਾ ਤਾਂ ਕੋਰਸ ਹੋਏਗਾ ਤੇ ਉਹਦੇ ਵਿੱਚ 14 ਦਿਨ ਤੋਂ ਬਾਅਦ ਜਿਹੜਾ ਕੋਵਿਡ-19 ਦੇ ਉੱਤੇ ਅਸਰ ਕਰਨਾ ਸ਼ੁਰੂ ਕਰ ਜਾਏਗਾ। ਇਹਨੂੰ ਕਿਹਾ ਜਾ ਸਕਦਾ ਹੈ ਵੀ ਇਹ ਬੜੀ ਚੰਗੀ ਖਬਰ ਕਿਹਾ ਜਾ ਸਕਦਾ, ਕਿਉਂਕਿ ਕੋਵਿਡ ਦਾ ਡਰ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਸੀ, ਔਰ ਕਿਹਾ ਜਾਂਦਾ ਸੀ ਜਿਸ ਤਰ੍ਹਾਂ ਹੀ ਇੰਜੈਕਸ਼ਨ ਆਏਗਾ ਇਹ ਡਰ ਖਤਮ ਹੋ ਜਾਏਗਾ। ਇਹ ਤੁਹਾਡੀ ਗੱਲ ਠੀਕ ਹੈ ਕਿ ਡਰ ਬਹੁਤ ਸੀ, ਸਹਿਮ ਬਹੁਤ ਸੀ। ਲਗਭਗ 1 ਸਾਲ ਹੋ ਚੱਲਿਆ ਹੈ ਬਿਲਕੁਲ ਕਰੋਨਾ ਦੇ ਸਹਿਮ ਦੇ ਥੱਲੇ ਸਾਨੂੰ ਜਿਉਂਦਿਆਂ ਨੂੰ। ਇਹਦੇ ਨਾਲ ਲੋਕਾਂ ਦੀ ਜਾਨ ਵੀ ਗਈ ਹੈ, ਸਾਡੀ ਆਰਥਿਕਤਾ 'ਤੇ ਵੀ ਅਸਰ ਪਿਆ ਹੈ, ਸਾਡੇ ਸਮਾਜਿਕ ਤਾਣੇ ਬਾਣੇ 'ਤੇ ਵੀ ਅਸਰ ਪਿਆ ਹੈ, ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋਈ ਹੈ, ਬਹੁਤ ਕੁਝ ਹੋਇਆ ਹੈ। ਤੇ ਉਮੀਦ ਸੀ ਕਿ ਛੇਤੀ ਤੋਂ ਛੇਤੀ ਵੈਕਸੀਨ ਆਵੇ, ਲੋਕਾਂ ਦੀ ਇਮੂਨਾਈਜੇਸ਼ਨ ਹੋਵੇ ਤੇ ਇਸ ਬਿਮਾਰੀ ਤੋਂ ਜਿਹੜੀ ਹੈ ਉਹ ਨਿਜਾਤ ਮਿਲੇ। 3-4 ਜਿਹੜੀਆਂ ਦੁਨੀਆ ਦੀਆਂ ਕੰਪਨੀਆਂ ਹੈ ਉਹਨਾਂ ਨੇ ਦਵਾਈ ਡਿਵੈਲਪ ਕੀਤੀ ਹੈ, ਕਈ ਦੇਸ਼ਾਂ 'ਚ ਜਿਹੜੀ ਹੈ ਉਹ ਲੱਗਣੀ ਸ਼ੁਰੂ ਹੋ ਗਈ ਹੈ, ਉਹਨਾਂ ਨੂੰ ਮਾਨਤਾ ਮਿਲ ਗਈ। ਤੇ ਭਾਰਤ 'ਚ ਵੀ ਇਹ ਚੰਗੀ ਗੱਲ ਹੈ ਕਿ ਇੱਕ ਤਾਂ ਇਹ ਵੈਕਸੀਨ ਅਸੀਂ ਜਿਹਨੂੰ ਆਤਮ ਨਿਰਭਰ ਭਾਰਤ ਕਹਿੰਦੇ ਹਾਂ ਕਿ ਸਾਡੀ ਲੋਕਲ ਮੇਡ ਜਿਹੜੀ ਹੈ ਇੰਡੀਅਨ ਮੈਨੂਫੈਕਚਰਡ ਵੈਕਸੀਨ ਹੈ ਕੋਵੈਕਸੀਨ, ਉਹ ਤਿਆਰ ਹੋ ਗਈ ਹੈ। ਇੱਕ ਜਿਹੜੀ ਵੈਕਸੀਨ ਬਾਹਰ ਤੇ ਆਏਗੀ ਕੋਵਿਸ਼ੀਲਡ। ਤੇ ਦੂਜੀ ਗੱਲ ਇਹ ਹੈ ਕਿ ਕਰੋਨਾ ਦਾ ਜਿਹੜਾ ਦੂਜਾ ਸਟ੍ਰੇਨ ਤਾਂ ਭਾਵੇਂ ਸ਼ੁਰੂ ਹੋਇਆ ਸੀ, ਪਹਿਲਾ ਸਟ੍ਰੇਨ ਦੇ ਤਹਿਤ ਵੀ ਸਾਡੀ ਰਿਕਵਰੀ ਰੇਟ ਵੀ ਜ਼ਿਆਦਾ ਹੈ, ਲੋਕਾਂ ਦੀ ਮੌਤ ਦਰ ਵੀ ਘੱਟ ਹੋਈ ਹੈ, ਉਹਨਾਂ ਨੂੰ ਲਾਗ ਲੱਗਣ ਦੀ ਦਰ ਵੀ ਘੱਟ ਹੋਈ ਹੈ, ਇਹ ਵੀ ਹੋਈ ਹੈ ਤੇ ਉਧਰ ਵੈਕਸੀਨ ਵੀ ਆ ਗਈ। ਬਿਲਕੁਲ। ਤੇ 16 ਤਰੀਕ ਤੇ ਜਿਹੜੀ ਹੋਣੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੀ ਹੈ ਉਹ ਵੈਕਸੀਨੇਸ਼ਨ ਪ੍ਰੋਗਰਾਮ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਨਗੇ ਜੀ। ਇਹ ਤੋਂ ਪਹਿਲਾਂ 3-4 ਜਿਹੜਾ ਹੈ ਉਹ ਡਰਾਈ ਰਨ ਇਸ ਵੈਕਸੀਨੇਸ਼ਨ ਦੇ ਵਾਸਤੇ ਹੋ ਚੁੱਕੇ ਆ। ਬਿਲਕੁਲ। ਹਰ ਦੇਸ਼ ਦੀ ਰਾਜਧਾਨੀ 'ਚ ਕਈ ਜਿਹੜੇ ਹੈ ਜ਼ਿਲ੍ਹਾ ਕੇਂਦਰਾਂ ਤੇ ਇਹ ਡਰਾਈ ਰਨ ਕੀਤੇ ਗਏ ਤਾਂ ਕਿ ਦੇਖਿਆ ਜਾਵੇ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਉਸ ਵੇਲੇ ਸਾਨੂੰ ਵੈਕਸੀਨੇਸ਼ਨ ਦੇ ਦੌਰਾਨ ਆ ਸਕਦੀਆਂ। ਕੋਈ ਸਥਾਨ ਦੀ ਸਮੱਸਿਆ, ਨੈਟਵਰਕਿੰਗ ਦੀ ਸਮੱਸਿਆ, ਹੋਰ ਤਰ੍ਹਾਂ ਦੀ ਸਮੱਸਿਆਵਾਂ ਜਿਹੜਾ ਹੈ ਉਹਨਾਂ ਨਾਲ ਨਜਿੱਠਣ ਲਈ ਜਿਹੜਾ ਹੈ ਡਰਾਈ ਰਨ ਕੀਤਾ ਗਿਆ ਸੀ। ਤੇ 30 ਕਰੋੜ ਦੇ ਕਰੀਬ ਲੋਕਾਂ ਨੂੰ ਜਿਹੜੇ ਹੈ ਉਹ ਪਹਿਲੇ ਫੇਸ ਦੇ ਵਿੱਚ ਜਿਹੜੀ ਹੈ ਸਰਕਾਰ ਇਮੂਨਾਈਜੇਸ਼ਨ ਦੀ ਸੋਚ ਰਹੀ ਹੈ, ਜਿਹਦੇ 'ਚ ਹੈਲਥ ਵਰਕਰਸ ਨੇ। ਸਭ ਤੋਂ ਪਹਿਲਾਂ ਹੈਲਥ ਵਰਕਰਸ ਹੈ ਜੀ, ਬਿਲਕੁਲ। ਉਹ ਤੋਂ ਬਾਅਦ ਫਰੰਟ ਲਾਈਨ ਵਰਕਰਸ ਹੈ, ਜਿੱਦਾਂ ਸਫਾਈ ਕਰਮਚਾਰੀ ਨੇ, ਪੈਰਾਮਿਲਟਰੀ ਫੋਰਸਿਸ ਦੇ ਵਿਅਕਤੀ ਨੇ, ਹੋਰ ਵਿਅਕਤੀ ਨੇ, ਰਿਪੋਰਟਰਸ, ਪੱਤਰਕਾਰ ਜਿਹੜੇ, ਬਿਲਕੁਲ ਬਿਲਕੁਲ। ਤੇ ਉਹ ਤੋਂ ਬਾਅਦ ਜਿਹੜੇ ਹੈ 50 ਸਾਲ ਤੋਂ ਉੱਪਰ ਦੇ ਵਿਅਕਤੀ ਨੇ ਜਿਹੜੇ
ਜਾਂ ਜਿਹੜੇ 50 ਸਾਲ ਤੋਂ ਹੇਠਾਂ ਦੇ ਨੇ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਸੀਰੀਅਸ ਪ੍ਰੋਬਲਮ ਹੈ, ਬਿਮਾਰੀ ਕਰੋਨਾ ਹੈ, ਡਿਜ਼ੀਜ਼ ਦੇ ਉਹ ਜਿਹੜੇ ਹੈ 30 ਕਰੋੜ ਦੇ ਲੋਕ ਕਰੀਬਾਂ ਨੂੰ ਜਿਹੜੇ 30 ਕਰੋੜ ਦੇ ਕਰੀਬ ਲੋਕਾਂ ਨੂੰ ਜਿਹੜੀ ਹੈ ਉਹ ਵੈਕਸੀਨੇਸ਼ਨ ਉਹਨਾਂ ਦੀ ਕੀਤੀ ਜਾਏਗੀ ਤੇ ਕਿਹਾ ਜਾ ਰਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਵੈਕਸੀਨੇਸ਼ਨ ਪ੍ਰੋਗਰਾਮ ਹੋਏਗਾ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਹੈ ਕਿਉਂਕਿ ਚੰਗੀ ਤਰ੍ਹਾਂ ਹੋਵੇ, ਐਫੀਸ਼ੀਐਂਟਲੀ ਹੋਵੇ, ਕਿਉਂਕਿ ਜਿਹੜੀ ਇੱਕ ਦਵਾਈ ਹੈ ਕੋਵੈਕਸੀਨ ਉਹ ਹਲੇ ਤੀਜੇ ਟਰਾਇਲ 'ਚ ਦੇ ਦੌਰਾਨ ਗੁਜ਼ਰ ਹੀ ਰਹੀ ਹੈ ਤੇ ਉਹਦੇ ਦੌਰਾਨ ਹੀ ਉਹਨੂੰ ਜਿਹੜੀ ਹੈ ਮਾਨਤਾ ਦੇ ਦਿੱਤੀ ਗਈ ਹੈ। ਬਿਲਕੁਲ। ਤੇ ਕਈ ਇਹਦੇ ਤੇ ਸ਼ੱਕ ਕਰਦੇ ਸੀ ਕਿ ਜਦੋਂ ਤੀਜਾ ਇਹਦਾ ਟਰਾਇਲ ਫੇਸ ਚੱਲ ਰਿਹਾ ਹੈ, ਪੂਰਾ ਡਾਟਾ ਆਇਆ ਨਹੀਂ, ਤਾਂ ਉਹ ਤੋਂ ਪਹਿਲਾਂ ਤੁਸੀਂ ਕਾਹਲੀ 'ਚ ਮਾਨਤਾ ਦਿੱਤੀ ਗਈ ਹੈ, ਉਹਦੇ ਬਾਰੇ ਕਾਫੀ ਸ਼ੰਕੇ ਲੋਕਾਂ ਦੇ ਸੀ। ਸੋ ਉਮੀਦ ਕਰਦੇ ਹਾਂ ਕਿ ਇਹ ਚੰਗੀ ਤਰ੍ਹਾਂ ਨੇਪਰੇ ਚੜ੍ਹੇ। ਜਿੱਦਾਂ ਤੁਸੀਂ ਕਿਹਾ ਕਿ ਪੂਨੇ ਤੋਂ, ਹੈਦਰਾਬਾਦ ਤੋਂ, ਭਾਰਤ ਬਾਇਓਟੈਕ ਤੇ ਸੀਰਮ ਇੰਸਟੀਚਿਊਟ ਤੋਂ ਜਿਹੜੀ ਹੈ ਉਹ ਦਵਾਈਆਂ ਵੱਖੋ ਵੱਖਰੇ ਸਥਾਨਾਂ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ, ਉਹਨਾਂ ਦੀ ਸਟੋਰੇਜ ਹੋਣੀ ਸ਼ੁਰੂ ਹੋ ਗਈ ਹੈ ਤੇ 16 ਤਰੀਕ ਤੋਂ ਜਿਹੜਾ ਹੈ ਉਹਦੀ ਓਪਨਿੰਗ ਜਿਹੜੀ ਹੈ ਉਹ ਹੋ ਜਾਏਗੀ। ਉਮੀਦ ਕੀਤੀ ਜਾ ਸਕਦੀ ਹੈ ਵੀ ਇਸ ਦੇ ਨਾਲ ਜਿਹੜਾ ਇੱਕ ਸਹਿਮ, ਇੱਕ ਡਰ ਦਾ ਮਾਹੌਲ ਹੈ ਉਹ ਖਤਮ ਹੋ ਜਾਏਗਾ। ਇਹ ਵੈਕਸੀਨ ਦਾ ਵੀ ਡਰ ਦਾ ਮਾਹੌਲ ਸੀ। ਇੱਕ ਜਿੱਦਾਂ ਅਸੀਂ ਪਹਿਲਾਂ ਚਰਚਾ ਕੀਤੀ ਆਪਣੇ ਪ੍ਰੋਗਰਾਮ 'ਚ ਵੀ, ਸਰਕਾਰਾਂ ਨੂੰ ਸਮੱਸਿਆਵਾਂ ਹੈਲਥ ਦੇ ਸੰਬੰਧ 'ਚ ਇੱਕ ਬਰਡ ਫਲੂ ਦੀ ਵੀ ਆ। ਬਿਲਕੁਲ, ਹਾਂ। ਬਰਡ ਫਲੂ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ ਭਾਵੇਂ ਪੰਛੀਆਂ ਨੂੰ ਤੇ ਪੋਲਟਰੀ ਜਿਹੜੇ ਪ੍ਰੋਡਕਟਸ ਨੇ, ਪੋਲਟਰੀ ਦੇ ਜਿਹੜੇ ਜੀਵ ਜੰਤੂ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਪਰ ਇਹ ਵਿਅਕਤੀਆਂ ਨੂੰ ਵੀ ਹੋ ਸਕਦਾ ਹੈ। ਉਹਦੇ ਨਾਲ ਵੀ ਜਿਹੜੀ ਹੈ ਕਾਫੀ ਸਮੱਸਿਆ ਸਰਕਾਰ ਸਟ੍ਰੇਨ ਤੇ ਪ੍ਰੈਸ਼ਰ 'ਚ ਹੈ। ਉਹਦੇ ਵਾਸਤੇ ਵੀ ਪ੍ਰਸ਼ਾਸਨ, ਲੋਕ, ਸਰਕਾਰ ਜਿਹੜੇ ਹੈ ਜਿੱਥੇ ਇੱਕ ਸਰਕਾਰ ਦਾ ਧਿਆਨ ਹਲੇ ਤੱਕ ਕੋਵਿਡ-19 ਸੀ, ਉਹਦੇ ਵਿੱਚ ਹੁਣ ਜਿਹੜਾ ਧਿਆਨ ਹੈ ਉਹ ਬਰਡ ਫਲੂ ਵੱਲ ਵੀ ਚਲਾ ਗਿਆ, ਕਿਉਂਕਿ ਰੋਜ਼ਾਨਾ ਸੁਣ ਰਹੇ ਹਾਂ ਕਦੀ ਨਾ ਕਦੀ ਕਿਤੇ ਨਾ ਕਿਤੇ ਕੁਛ ਨਾ ਕੁਛ ਪੰਛੀ ਮਰ ਰਹੇ ਆ। ਹਲੇ ਅੱਜ ਹੀ ਮਤਲਬ ਨੰਗਲ ਤੋਂ ਇਹ ਖਬਰ ਆਈ ਹੈ ਵੀ ਉੱਥੇ ਵੀ 12 ਜਿਹੜੇ ਕਾਂ ਜਿਹੜੇ ਹੈ ਉਹ ਮਰੇ ਹੋਏ ਪਾਏ ਗਏ ਆ। ਪਤਾ ਨਹੀਂ ਕਿਸ ਤਰ੍ਹਾਂ ਦੀ, ਕਿਉਂਕਿ ਨੰਗਲ ਵੀ ਵੈਟਲੈਂਡ ਹੈ ਤੇ ਉੱਥੇ ਵੀ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਂਦੇ। ਰੋਪੜ ਵੀ ਵੈਟਲੈਂਡ ਹੈ, ਹਰੀਕੇ ਵੈਟਲੈਂਡ ਅਸੀਂ ਜਾਣਦੇ ਹਾਂ ਸਾਰੇ, ਤੇ ਇਹਨਾਂ ਏਰੀਆ ਦੇ ਵਿੱਚ ਜ਼ਿਆਦਾ ਖਤਰਾ ਹੈ ਬਰਡ ਫਲੂ ਦਾ। ਤੇ ਇੱਥੇ ਜਿਹੜਾ ਪੋਲਟਰੀ ਜਿਹੜੀ ਹੈ ਉਹ ਜ਼ਿਆਦਾ ਸਫਰ ਹੋ ਰਹੀ ਹੈ। ਪੋਲਟਰੀ ਦੇ ਭਾਅ ਗਿਰ ਗਏ ਨੇ, ਚਿਕਨ ਤੇ ਦੂਸਰੇ ਜਿਹੜੇ ਆਪਣੇ ਐਗਸ ਵਗੈਰਾ ਹੈ ਉਹਨਾਂ ਦੇ ਭਾਅ ਬਹੁਤ ਜ਼ਿਆਦਾ ਗਿਰ ਚੁੱਕੇ ਨੇ। ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਪਹਿਲਾਂ ਉੱਠਣ ਲੱਗਦਾ ਹੈ ਤਾਂ ਉਹ ਕਿਤੇ ਨਾ ਕਿਤੇ ਇਹੋ ਜਿਹੀਆਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦਾ ਹੈ। ਤੇ ਸਾਨੂੰ ਵੀ ਸੋਚਣਾ ਚਾਹੀਦਾ ਹੈ ਵੀ ਕਿਤੇ ਨਾ ਕਿਤੇ ਸਰਕਾਰ ਦਾ ਇਸ ਦੇ ਵਿੱਚ ਸਰਕਾਰ ਦੇ ਨਾਲ ਜਿਹੜਾ ਸਹਿਯੋਗ ਦੇਣਾ ਚਾਹੀਦਾ। ਦੇਖੋ, ਜਿਹੜਾ ਕਰੋਨਾ ਵਾਲੀ ਵੈਕਸੀਨੇਸ਼ਨ ਹੈ ਉਹਦੇ 'ਚ ਵੀ ਸਰਕਾਰ ਨੇ ਇੱਕ ਜਿਹੜਾ ਮੁੱਖ ਬਿੰਦੂ ਲਿਆ ਹੈ ਉਹ ਹੈ ਜਨ ਭਾਗੀਦਾਰੀ। ਬਿਲਕੁਲ। ਲੋਕਾਂ ਦੀ ਪਾਰਟਿਸਿਪੇਸ਼ਨ ਤੇ ਬਿਨਾਂ ਕੋਈ ਵੀ ਵੱਡੀ ਮੁਹਿੰਮ ਜਿਹੜੀ ਆ ਉਹ ਕਾਮਯਾਬ ਨਹੀਂ ਹੁੰਦੀ। ਬਿਲਕੁਲ। ਜੇ ਲੋਕਾਂ ਦਾ ਤੁਹਾਡੇ ਕੰਮ ਕਰਨ ਦੇ ਤਰੀਕੇ 'ਚ, ਤੁਹਾਡੀ ਵੈਕਸੀਨ 'ਚ ਵਿਸ਼ਵਾਸ ਹੈ ਤੇ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਹੋ, ਉਹਦੀ ਜਿਹੜੀ ਹੈ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿ ਪ੍ਰਭਾਵੀ ਵੀ ਹੋਵੇ ਤੇ ਸਫਲ ਵੀ ਹੋਵੇ। ਬਿਲਕੁਲ। ਸੋ ਪੀਪਲਸ ਪਾਰਟਿਸਿਪੇਸ਼ਨ ਹਰੇਕ ਮੁਹਿੰਮ 'ਚ ਜਿਹੜੀ ਹੈ ਉਹ ਜ਼ਰੂਰੀ ਹੈ। ਦੂਸਰੀ ਗੱਲ ਇਹ ਵੀ ਹੈ ਕਿ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਦੋਸਤੋ। ਅਫਵਾਹਾਂ ਫੈਲਦੀਆਂ ਰਹਿੰਦੀਆਂ ਨੇ, ਫਲਾਣੀ ਜਗ੍ਹਾ ਇੰਜੈਕਸ਼ਨ ਲੱਗਿਆ ਤੇ ਉਸ ਨੂੰ ਕਰੋਨਾ ਹੋ ਗਿਆ। ਦੇਖੋ, ਕਰੋਨਾ ਇੰਜੈਕਸ਼ਨ ਲੱਗਣ ਨਾਲ ਨਹੀਂ ਹੁੰਦਾ। ਹੋ ਸਕਦਾ ਉਹਦੇ ਵਿੱਚ ਪਹਿਲੇ ਹੀ ਕਿਤੇ ਨਾ ਕਿਤੇ ਵਾਇਰਸ ਹੋਵੇ ਤਾਂ ਇਨਸਾਨ ਨੂੰ ਕਰੋਨਾ 2-4 ਦਿਨ ਦੇ ਵਿੱਚ ਹੋ ਜਾਵੇ। ਅਦਰਵਾਈਜ਼ ਜਿਹੜਾ ਇੰਜੈਕਸ਼ਨ ਹੈ ਉਹ ਕਰੋਨਾ ਨਹੀਂ ਕਰੇਗਾ, ਇਹ ਪੱਕੀ ਗੱਲ ਹੈ। ਔਰ ਨਾ ਹੀ ਕਿਸੇ ਇੰਜੈਕਸ਼ਨ ਲੱਗਣ ਨਾਲ ਬਰਡ ਫਲੂ ਹੋਏਗਾ, ਇਹ ਵੀ ਗੱਲ ਹੈਗੀ ਹੈ। ਬਾਕੀ ਨੈਕ ਤਾਂ ਇਹ ਵੀ ਕਹਿੰਦਾ ਵੀ ਅੰਡੇ ਖਾਣ ਨਾਲ ਵੀ ਕਿਤੇ ਬਰਡ ਫਲੂ ਨਹੀਂ ਹੁੰਦਾ, ਲੇਕਿਨ ਫਿਰ ਵੀ ਆਪਣੇ ਆਪ ਨੂੰ ਆਪ ਬਚਾਉਣਾ ਹੈ, ਅਫਵਾਹਾਂ ਤੋਂ ਦੂਰ ਰਹਿਣਾ ਹੈ। ਸੋ ਇਹ ਸਨ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਰਾਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡਾ ਵੀ ਧੰਨਵਾਦ ਕਰਦੇ ਹੋਏ ਆਗਿਆ ਲੈਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਫਿਰ ਕਰ ਦੇਵਾਂ ਕਿ SDTV ਪ੍ਰਾਈਮ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵਾਲਾ ਸਵਿਚ ਹੈ ਉਸ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇਖ ਸਕੋ, ਸਾਡੇ ਨਾਲ ਜੁੜ ਸਕੋ। ਤੇ ਅਗਰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਰੂਪ ਦੇ ਵਿੱਚ ਉਹ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਦੇਣਾ। ਬਹੁਤ ਬਹੁਤ ਧੰਨਵਾਦ। ਹੁਣ ਦਿਓ ਆਗਿਆ।